ਮੁਕਤ ਸੀ। ਭਾਵ ਅਰਜਨ ਇੱਕ ਪਵਿੱਤਰ ਆਤਮਾ ਸੀ, ਲੇਕਿਨ ਕੁਰੂਕਸ਼ੇਤਰ ਦੇ ਯੁੱਧ ਸਥਲ ਵਿੱਚ ਉਹ ਅਗਿਆਨੀ ਬਣ ਕੇ ਭਗਵਾਨ ਕ੍ਰਿਸ਼ਨ ਕੋਲ ਜੀਵਨ ਦੀਆਂ ਸਮੱਸਿਆਵਾਂ ਦੇ ਬਾਰੇ ਵਿੱਚ ਪ੍ਰਸ਼ਨ ਕਰਨ ਲੱਗ ਪਿਆ, ਤਾਂ ਜੋ ਭਗਵਾਨ ਉਹਨਾਂ ਦੀ ਵਿਆਖਿਆ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਕਰਦੇ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਦੇ ਮਨੁੱਖਾਂ ਨੂੰ ਇਹਨਾਂ ਦਾ ਲਾਭ ਮਿਲ ਸਕੇ ਔਰ ਜੀਵਨ ਦੀ ਯੋਜਨਾ ਦਾ ਨਿਰਧਾਰਨ ਕਰ ਸਕਣ। ਤਦ ਜੀਵ ਅਧਿਆਤਮਕ ਕਾਰਜ ਕਰ ਪਾਏਗਾ ਔਰ ਮਾਨਵ ਜੀਵਨ ਦੇ ਉਦੇਸ਼ ਨੂੰ ਪੂਰਾ ਕਰ ਸਕੇ। ਸੋ ਸਾਰੇ ਜੀਵ ਅਲੱਗ-ਅਲੱਗ ਤਰ੍ਹਾਂ ਦੇ ਕਰਮ ਕਰਨ ਵਿੱਚ ਲੱਗੇ ਹੋਏ ਹਨ ਔਰ ਸਾਨੂੰ ਜੀਵਾਂ ਨੂੰ ਭਗਵਤ ਗੀਤਾ ਤੋਂ ਇਹ ਗੱਲ ਜ਼ਰੂਰ ਸਿੱਖਣੀ ਚਾਹੀਦੀ ਹੈ ਕਿ ਈਸ਼ਵਰ ਕੀ ਹੈ, ਰੱਬ ਕੀ ਹੈ, ਕਿੱਦਾਂ ਦਾ ਹੈ, ਕਿੱਥੇ ਰਹਿੰਦਾ ਹੈ ਔਰ ਜੀਵ ਕੀ ਹੈ। ईश्वर की है, जीव की है, प्रकृति की है और दृष्टमान जगत की है। एक काल द्वारा किस तरह निरंतर किया जाता है और जीवा दे सही कर्म की है। So all living entities are engaged in different activities. From Bhagavad Gita we must learn what God is, what the living entities are, what Prakriti is, what cosmic manifestation is, how it is controlled by time, and what the activity of the living entities are. Out of these five basic subject matters in Bhagavad Gita, it is established that the Supreme Lord Head or Krishna or Brahma or the Supreme Controller or Paramatma. You may use whatever name you like, is the greatest of all. The living beings are in quality like the Supreme Controller. For instance, the Lord has control over the universal affairs of material nature, as will be explained in the later chapters of Bhagavad Gita. Material nature is not independent. She is acting under the direction of the Supreme Lord, as Lord Krishna says, this material nature is working under my direction. When we see wonderful things happening in the cosmic nature, we should know that behind this cosmic manifestation there is controller. Nothing could be manifested without being controlled. ਸੋ ਭਗਵਤ ਗੀਤਾ ਵਿੱਚ ਇਹਨਾਂ ਪੰਜਾਂ ਵਿਸ਼ਿਆਂ ਦੀ ਸਥਾਪਨਾ ਕੀਤੀ ਗਈ ਹੈ ਕਿ भगवान और कृष्ण और ब्रह्म ਜਾਂ परमात्मा ਜਾਨੀ ਈਸ਼ਵਰ ਆਪ ਜੋ ਮਰਜ਼ੀ ਕਰ ਲਵੋ ਸਭ ਤੋਂ श्रेष्ठ ਹਨ ਔਰ ਜੀਵ ਇਹਨਾਂ ਵਿੱਚ परम नियंता ਦੇ ਹੀ ਸਮਾਨ ਹੈ। ਭਗਵਾਨ ਭੌਤਿਕ ਪ੍ਰਕਿਰਤੀ ਦੇ ਸਾਰੇ ਕੰਮਾਂ ਉੱਪਰ ਨਿਯੰਤਰਣ ਰੱਖਦੇ ਹਨ। ਭੌਤਿਕ ਪ੍ਰਕਿਰਤੀ ਸੁਤੰਤਰ ਨਹੀਂ ਹੈ, ਇਹ ਪਰਮੇਸ਼ਰ ਦੀ ਅਧਿਆਤਮਤਾ ਵਿੱਚ ਕੰਮ ਕਰਦੀ ਹੈ। ਜਿਸ ਤਰ੍ਹਾਂ ਭਗਵਾਨ ਸ਼੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਭੌਤਿਕ ਪ੍ਰਕਿਰਤੀ ਮੇਰੀ ਆਦਿਕਤਾ ਵਿੱਚ ਕੰਮ ਕਰਦੀ ਹੈ। ਜਦੋਂ ਅਸੀਂ ਦ੍ਰਿਸ਼ਟਮਾਨ ਜਗਤ ਵਿੱਚ ਵਿਚਿੱਤਰ ਘਟਨਾਵਾਂ ਵਾਪਰਦੀਆਂ ਦੇਖਦੇ ਹਾਂ ਤਾਂ ਸਾਨੂੰ ਜਾਣਨਾ ਚਾਹੀਦਾ ਹੈ ਕਿ ਇਸ ਜਗਤ ਦੇ ਪਿੱਛੇ ਇੱਕ ਨਿਰੰਤਰ ਦਾ ਹੱਥ ਹੈ। ਬਿਨਾਂ ਨਿਰੰਤਰ ਦੇ ਕੁਝ ਵੀ ਹੋ ਪਾਣਾ ਸੰਭਵ ਨਹੀਂ। ਨਿਰੰਤਰ ਨੂੰ ਨਾ ਮੰਨਣਾ ਤਾਂ ਬਚਪਨ ਹੀ ਹੈ।
ਹੁਣ ਇਹ ਨਿਰੰਤਰ ਕਰ ਕੌਣ ਰਿਹਾ ਹੈ? ਭਗਵਾਨ ਸ੍ਰੀ ਕ੍ਰਿਸ਼ਨ ਇਸ ਗੱਲ ਵੱਲ ਇਸ਼ਾਰਾ ਕਰ ਰਹੇ ਨੇ ਕਿ ਇਹ ਸਾਰੇ ਦਾ ਸਾਰਾ ਪੂਰੀ ਸ੍ਰਿਸ਼ਟੀ ਨੂੰ ਚਲਾ ਕੌਣ ਰਿਹਾ ਹੈ, ਇਹਨੂੰ ਬਿਲਕੁਲ ਬੈਲੈਂਸ ਕੌਣ ਕਰ ਰਿਹਾ ਹੈ। ਤੋ ਇਹ ਨਿਰੰਤਰ ਨੂੰ ਨਾ ਮੰਨਣਾ ਤਾਂ ਬਚਪਨ ਹੀ ਹੈ। ਉਦਾਹਰਨ ਲਈ ਇੱਕ ਬਾਲਕ ਸੋਚ ਸਕਦਾ ਹੈ ਕਿ ਜਹਾਜ਼ ਬਗੈਰ ਕਿਸੇ ਚਾਲਕ ਦੇ ਚੱਲ ਰਿਹਾ ਹੈ। ਜਦੋਂ ਬੱਚਾ ਦੇਖਦਾ ਹੈ ਉੱਤੇ ਜਹਾਜ਼ ਚੱਲ ਰਿਹਾ ਹੈ, ਵਿੱਚ ਉਹਦਾ ਚਾਲਕ ਤੇ ਨਜ਼ਰ ਆ ਨਹੀਂ ਰਿਹਾ, ਪਰ ਹਰ ਮਨੁੱਖ ਨੂੰ ਪਤਾ ਹੈ ਕਿ ਇਸ ਨੂੰ ਇੱਕ ਚਾਲਕ ਚਲਾ ਰਿਹਾ ਹੈ। ਇਸੇ ਤਰ੍ਹਾਂ ਪਰਮੇਸ਼ਰ ਉਹ ਚਾਲਕ ਹੈ ਜਿਸ ਦੇ ਨਿਰਦੇਸ਼ਾਂ ਮੁਤਾਬਕ ਸਭ ਕੁਝ ਚੱਲ ਰਿਹਾ ਹੈ। ਪਰਮੇਸ਼ਰ ਨੇ ਜੀਵਾਂ ਨੂੰ ਆਪਣੇ ਅੰਸ਼ ਰੂਪ ਵਿੱਚ ਸਵੀਕਾਰ ਕੀਤਾ ਹੈ। ਅਸੀਂ ਕਹਿੰਦੇ ਹਾਂ ਨਾ ਕਿ ਪਰਮਾਤਮਾ, ਸਾਡੀ ਜਿਹੜੀ ਆਤਮਾ ਹੈ ਇਹ ਪਰਮਾਤਮਾ ਦੀ ਅੰਸ਼ ਹੈ। ਜਿਸ ਤਰ੍ਹਾਂ ਸੋਨੇ ਦੇ ਬਿਸਕੁਟ ਨਾਲੋਂ ਇੱਕ ਕਿਣਕਾ ਉਤਾਰ ਦਿਓ, ਲੇਕਿਨ ਉਹ ਕਿਣਕਾ ਵੀ, ਉਹ ਬਿਸਕੁਟ ਦਾ ਕਿਣਕਾ ਵੀ ਸੋਨਾ ਹੈ, ਔਰ ਉਹ ਤਿਣਕਾ ਵੀ ਸੋਨਾ ਹੈ, ਕਿਣਕਾ ਵੀ ਸੋਨਾ ਹੈ। ਇਸੇ ਤਰ੍ਹਾਂ ਅਸੀਂ ਉਸ ਸੋਨੇ ਦੇ ਕਿਣਕੇ ਹਾਂ, ਉਸ ਸੋਨੇ ਦੇ ਕਿਣਕੇ ਨਹੀਂ, ਇਸ ਸੋਨੇ ਦੇ ਕਿਣਕੇ ਹਾਂ। ਇਸ ਪਰਮਾਤਮਾ, ਜਿਹੜੀ ਇਸ ਪਰਮਾਤਮਾ ਦੀ ਅੰਸ਼ ਹਾਂ, ਸਾਡੀ ਆਤਮਾ ਇਸ ਦੀ ਅੰਸ਼ ਹੈ। ਅਸੀਂ ਭਗਵਾਨ ਕ੍ਰਿਸ਼ਨ ਰੂਪੀ ਬਿਸਕੁਟ ਦੇ ਕਿਣਕੇ ਹਾਂ। ਭਗਵਾਨ ਸ੍ਰੀ ਕ੍ਰਿਸ਼ਨ ਵੀ, ਜਿੰਨੇ ਵੀ ਵੀਰ ਪੈਗੰਬਰ ਔਲੀ ਅਵਤਾਰ ਇਸ ਦੁਨੀਆ ਦੇ ਉੱਤੇ ਆਏ ਹਨ, ਉਹ ਪਰਮਾਤਮਾ ਦੇ ਭੇਜੇ ਹੋਏ ਹਨ, ਪਰਮਾਤਮਾ ਦੇ ਪੁੱਤਰ ਹਨ, ਪਰਮਾਤਮਾ ਦਾ ਰੂਪ ਹਨ। ਸੋ ਇਸੇ ਤਰ੍ਹਾਂ ਅਸੀਂ ਭਗਵਾਨ ਸ੍ਰੀ ਕ੍ਰਿਸ਼ਨ ਜਿਸ ਤਰ੍ਹਾਂ ਸਾਨੂੰ ਦੱਸ ਰਹੇ ਨੇ, ਇਸੇ ਤਰ੍ਹਾਂ ਅਸੀਂ ਇੱਕ ਪ੍ਰਭੂ ਪਰਮੇਸ਼ਰ ਪਰਮਾਤਮਾ ਦੀ ਅੰਸ਼ ਹਾਂ। ਅਸੀਂ ਭਗਵਾਨ ਕ੍ਰਿਸ਼ਨ ਦੇ ਵੀ ਅੰਸ਼ ਹਾਂ, ਔਰ ਅਸੀਂ ਬਰਾਬਰ ਪ੍ਰਕਿਰਤੀ ਉੱਪਰ ਕਿਰਿਆਸ਼ੀਲ ਹਾਂ। ਔਰ ਇਸ ਸਮੇਂ ਅਸੀਂ ਅੰਤਰਿਕਸ਼ ਔਰ ਗ੍ਰਹਿਾਂ ਨੂੰ ਵਸ ਕਰਨ ਵਿੱਚ ਲੱਗੇ ਹੋਏ ਹਾਂ। ਔਰ ਇਹ ਕੋਸ਼ਿਸ਼ ਸਾਡੀ ਇਸ ਕਰਕੇ ਹੈ ਕਿ ਇਹ ਪ੍ਰਵਿਰਤੀ ਕ੍ਰਿਸ਼ਨ ਵਿੱਚ ਵੀ ਹੈ, ਭਗਵਾਨ ਵਿੱਚ ਵੀ ਹੈ, ਪਰ ਅਸੀਂ ਪਰਮ ਨਿਰੰਤਰ ਨਹੀਂ ਹਾਂ। ਪਰਮ ਨਿਰੰਤਰ ਰੱਬ ਹੈ। ਦਾਸ ਜਿਸ ਦੇ ਦਰਸ਼ਨਾਂ ਦੀ ਗੱਲ ਕਰਦਾ ਹੈ, ਥਰੂ ਭਗਵਤ ਗੀਤਾ ਇਸ ਪਰਮ ਨਿਰੰਤਰ ਦੇ ਦਰਸ਼ਨ ਕਰੋ। ਜਦ ਤੁਸੀਂ ਦੇਖੋਗੇ ਆਪ ਇੱਕ ਇੱਕ ਪਹਿਚਾਨਣਾ, ਆਪ ਚਲਾ ਉਠੋਗੇ ਕਿ ਹਾਂ ਇਹੋ ਹੀ ਹੈ, ਇਹੋ ਹੀ ਹੈ ਜਨਮਾ, ਇਹੋ ਹੀ ਹੈ ਅਵਿਨਾਸ਼ੀ, ਇਹੋ ਹੀ ਸਰਵ ਵਿਆਪਕ ਹੈ, ਇਹੋ ਹੀ ਇੱਕ ਹੈ ਜਿਸ ਦੀ ਏਕਤਾ ਵਿੱਚ ਅਨੇਕਤਾ ਹੈ, ਇਹੋ ਹੀ ਜਲ ਦਾ ਸਵਾਦ ਹੈ, ਇਹ ਸੂਰਜ ਦੀ ਤਪਸ ਹੈ। ਐਵਰੀਥਿੰਗ ਜੋ ਵੀ ਭਗਵਾਨ ਸ੍ਰੀ ਭਾਗਵਤ ਗੀਤਾ ਵਿੱਚ ਕਹਿ ਰਹੇ ਨੇ, ਇੱਕ ਇੱਕ ਚੀਜ਼ ਇਸ ਇੱਕ ਨਾਲ ਮੇਲ ਖਾ ਜਾਏਗੀ। ਬਸ ਤੁਸੀਂ ਹਿੰਮਤ ਕਰਨੀ ਹੈ ਕਿ ਅਸੀਂ ਰੱਬ ਨੂੰ ਜਾਣਨਾ ਹੈ। ਹਿੰਮਤ ਕੀਤੇ ਤੋਂ ਬਗੈਰ ਕੋਈ ਕੰਮ ਨਹੀਂ ਹੁੰਦਾ। ਸੋ ਤੁਸੀਂ ਹਿੰਮਤ ਬਣਾਓ, ਇਸ ਇੱਕ ਰੱਬ ਦੇ ਦਰਸ਼ਨ ਕਰਨੇ ਆ। ਦਾਸ ਇਸ ਚੀਜ਼ ਦੇ ਉੱਤੇ ਸਟ੍ਰੈਸ ਦੇ ਰਿਹਾ ਹੈ ਥਰੂ ਭਗਵਤ ਗੀਤਾ। ਦਾਸ ਸਿੱਖ ਵੀਰਾਂ ਨੂੰ ਕਹਿੰਦਾ ਥਰੂ ਦਸਮ ਗ੍ਰੰਥ, ਥਰੂ ਆਦਿ ਗ੍ਰੰਥ, ਇਸ ਇੱਕ ਦੇ ਦਰਸ਼ਨ ਕਰੋ। ਦਾਸ ਕ੍ਰਿਸਚਨ ਵੀਰਾਂ ਨੂੰ ਕਹਿੰਦਾ ਥਰੂ ਬਾਈਬਲ, ਇਸ ਇੱਕ ਪ੍ਰਭੂ ਪਰਮੇਸ਼ਰ ਪਰਮਾਤਮਾ ਈਸ਼ਵਰ ਅੱਲਾਹ ਗੋਡ ਦੇ ਦਰਸ਼ਨ ਕਰੋ। ਦਾਸ ਮੁਹੰਮਦਨ ਵੀਰਾਂ ਨੂੰ ਕਹਿੰਦੇ ਹੈ ਕਿ ਥਰੂ ਕੁਰਾਨ, ਇਸ ਅੱਲਾਹ ਦੇ ਦਰਸ਼ਨ ਕਰੋ, ਖੁਦਾ ਦੇ ਦਰਸ਼ਨ ਕਰੋ। ਇਸ ਦੇ ਦਰਸ਼ਨ ਕੀਤਿਆਂ ਤੋਂ ਬਗੈਰ ਅੱਗੇ ਗੱਲ ਨਹੀਂ ਚੱਲਣੀ, ਵਰਨਾ ਤੇ ਫਿਰ ਧਰਮਾਂ ਦੀ ਪ੍ਰਕਿਰਿਆ ਵਿੱਚ ਰਹਿ ਜਾਓਗੇ। ਦਾਸ ਤਾਂ ਈਵਨ ਇੱਥੋਂ ਤੱਕ ਕਹਿੰਦਾ ਹੈ ਕਿ ਬਈ ਰਾਧਾ ਸਵਾਮੀ ਮਤ ਨੂੰ ਮੰਨਣ ਵਾਲੇ ਮੇਰੇ ਵੀਰ, ਇਸ ਇੱਕ ਦੀ ਭਗਤੀ ਕਰੋ, ਪਹਿਲਾਂ ਇਹਨੂੰ ਦੇਖ ਲਓ। ਔਰ ਨਿਰੰਕਾਰੀ ਵੀਰਾਂ ਦਾ ਤੇ ਆਲਰੇਡੀ ਥੈਂਕਸ ਕਰਦਾ ਹੈਗਾ ਹੈ ਕਿ ਉਹਨਾਂ ਨੂੰ ਇਹ ਗਿਆਨ ਦਿੱਤਾ ਜਾਂਦਾ ਪਹਿਲਾਂ, ਪਰ ਇਸ ਗਿਆਨ ਨੂੰ ਪ੍ਰੋਪਰ ਤਰੀਕੇ ਨਾਲ ਨਾ ਸਮਝਣ ਕਰਕੇ ਅਧੂਰੇਪਨ ਵਿੱਚ ਰਹਿ ਰਹੇ ਨੇ। ਇਹਨੂੰ ਸਮਝ ਕੇ ਫਿਰ ਇਹਦੀ ਇਬਾਦਤ ਕਰਨੀ ਅੱਗੇ ਸਮਝਣੀ ਹੈ। ਫਿਰ ਗੁਰੂ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਫਿਰ ਤਾਂ ਕੋਈ ਗਿਆਨੀ ਪੁਰਸ਼ ਤੁਹਾਨੂੰ ਇਸ ਦੀ ਅੱਗੇ ਸਾਰੀ ਗੱਲ ਸਮਝਾ ਕੇ ਇਹਦੀ ਇਬਾਦਤ ਦੀ ਗੱਲ ਸਮਝਾਏਗਾ। ਇੱਧਰ ਰਾਧਾ ਸਵਾਮੀ ਮਤ ਵਿੱਚ ਸੁਰਤ ਸੰਯੋਗ ਦੀ ਸਾਰੀ ਗੱਲ ਕੀਤੀ ਜਾਂਦੀ ਹੈ। ਗੁਰੂ ਨਾਨਕ ਸਾਹਿਬ ਦਾ ਪੂਰਾ ਸਟ੍ਰੈਸ
ਸੁਰਤ ਸ਼ਬਦ ਯੋਗ ਦੇ ਉੱਤੇ ਹੈ। ਇਹ ਸੁਰਤ ਜਣੀ ਰੂਹ, ਜਣੀ ਆਤਮਾ, ਇਹ ਸੁਰਤ ਸ਼ਬਦ ਪਰਮਾਤਮਾ, ਯੋਗ ਦਾ ਮਤਲਬ ਜੋੜਨਾ, ਸੁਰਤ ਨੂੰ ਸ਼ਬਦ ਨਾਲ ਜੋੜਨਾ, ਰੂਹ ਨੂੰ ਰੱਬ ਨਾਲ ਜੋੜਨਾ, ਆਤਮਾ ਨੂੰ ਪਰਮਾਤਮਾ ਨਾਲ ਜੋੜਨਾ, ਸੋਲ ਨੂੰ ਗੋਡ ਨਾਲ ਜੋੜਨਾ। ਇਹੋ ਹੀ ਭਗਤੀ ਦਾ ਤਾਂ ਫੰਡਾ ਇਹ ਹੈ। ਲੇਕਿਨ ਸਭ ਤੋਂ ਪਹਿਲਾਂ ਇਸ ਗੋਡ ਨੂੰ ਦੇਖਣਾ ਹੈ, ਇਹਦੇ ਦਰਸ਼ਨ ਕਰਨੇ ਹੈ ਕਿ ਗੋਡ ਹੈ ਕੀ ਹੈ। ਸੋ ਦਾਸ ਤਾਂ ਇਸ ਗੱਲ ਵਿੱਚ ਚੱਲ ਰਿਹਾ ਸੀ ਕਿ ਇਹ ਸਾਰੀਆਂ ਗੱਲਾਂ ਦੀ ਵਿਆਖਿਆ ਜੋ ਹੈ ਭਗਵਤ ਗੀਤਾ ਵਿੱਚ ਕੀਤੀ ਗਈ ਹੈ। ਤਾਂ ਇਹ ਚੱਲ ਰਿਹਾ ਸੀਗਾ ਕਿ ਭੌਤਿਕ ਪ੍ਰਕਿਰਤੀ ਕੀ ਹੈ। What is material nature? Prakriti is always under control. Prakriti ਇਸਤਰੀ ਰੂਪਾ, ਜਿਸ ਤਰ੍ਹਾਂ ਇਸਤਰੀ ਆਪਣੇ ਪਤੀ ਦੇ ਕੰਟਰੋਲ 'ਚ ਹੁੰਦੀ ਹੈ। Prakriti is always under control, whether inferior or superior. Prakriti is female and she is controlled by the Lord, just as activities of a wife are controlled by the husband. Prakriti is always subordinate, predominated by the Lord, who is the predominator. The living entities and material nature, living entities and material nature are both permeated, controlled by the Supreme Lord. According to the Gita, the living entities, although parts and parcel of the Supreme Lord, are to be considered Prakriti. This is clearly maintained in the 7th chapter of Bhagavad Gita. Bhagavad Gita ਦੇ 7ਵੇਂ ਅਧਿਆਇ ਦੇ ਵਿੱਚ ਇਹਦੀ ਪੂਰੀ ਜਾਣਕਾਰੀ ਆਪ ਜੀ ਪ੍ਰਾਪਤ ਕਰ ਸਕਦੇ ਹੋ ਕਿ ਭੌਤਿਕ ਪ੍ਰਕਿਰਤੀ ਕੀ ਹੈ। ਉੱਤਰ ਹੈ ਕਿ ਪ੍ਰਕਿਰਤੀ ਹਮੇਸ਼ਾ ਨਿਰੰਤਰਨ ਵਿੱਚ ਰਹਿੰਦੀ ਹੈ। ਪ੍ਰਕਿਰਤੀ ਇਸਤਰੀ ਸਵਰੂਪਾ ਹੈ ਔਰ ਇਹ ਭਗਵਾਨ ਦੁਆਰਾ ਉਸੇ ਤਰ੍ਹਾਂ ਨਿਰੰਤਰਨ ਵਿੱਚ ਰਹਿੰਦੀ ਹੈ ਜਿਸ ਤਰ੍ਹਾਂ ਪਤਨੀ ਆਪਣੇ ਪਤੀ ਦੁਆਰਾ ਰਹਿੰਦੀ ਹੈ। ਭਾਵ ਪ੍ਰਕਿਰਤੀ ਸदैव ਅਧੀਨ ਰਹਿੰਦੀ ਹੈ। ਇਹ ਪ੍ਰਕਿਰਤੀ ਹੈ ਜੋ ਇਹ ਪਰਮਾਤਮਾ ਦੇ ਅਧੀਨ ਹੈ। ਭਗਵਾਨ ਪ੍ਰਭੂ ਪਰਮੇਸ਼ਰ ਦਾ ਪ੍ਰਭਾਵ ਹੈ। ਭਗਵਾਨ ਸ੍ਰੀ ਕ੍ਰਿਸ਼ਨ ਪ੍ਰਭੂ ਪਰਮੇਸ਼ਰ ਪਰਮਾਤਮਾ ਦਾ ਪ੍ਰਭਾਵ ਹੈ, ਕਿਉਂਕਿ भगवान ही अध्यक्ष करता है। इसलिए जीव और भौतिक प्रकृति दोनों ही भगवान द्वारा संतुष्ट और निरंतर ਹੁੰਦੇ ਹਨ। ਭੌਤਿਕ ਪ੍ਰਕਿਰਤੀ 3 ਗੁਣਾਂ ਨਾਲ ਨਿਰਮਿਤ ਹੈ। 3 ਗੁਣਾਂ ਨਾਲ, ਸਤੋ ਗੁਣ, ਰਜੋ ਗੁਣ ਔਰ ਤਮੋ ਗੁਣ। Material nature consists of 3 moods. Material nature, 3 qualities. The mood of goodness, Satogun. The mood of passion, Rajogun. The mood of ignorance, Tamogun. A combination of 3 moods of nature and under the control and preview of eternal time, there are activities which are called karma.